अस्सलाम वालेकुम वरहमतुल्लाहि वबरकातुहू। नाजरीन तुसी पे वेखदे हो सोकी टीवी। मैं तुहाडा खिदमतगार मलक मोहम्मद नवाज सोकी हाजिर खिदमत। नाजरीन आज जो मेरे साथ शख्सियत बैठी है, मैं किस तरह तारुफ कराऊँ। आप यकीन मानिए भूला सा एक ख्वाब मुझे याद आ गया। मेरा मुंह छोटा बात बड़ी। नाजरीन हमारे मुल्क में कैसे कैसे गुलदस्ते हैं, लेकिन कोई अगर कदर करे तो। मैं ज़्यादा अपनी बातें नहीं करना चाहता। डॉक्टर सैयद इसरार शाह साहब किसी तारफ़ के मोहताज नहीं हैं। इनसे इनकी ज़बानी पूछें। अस्सलाम वालेकुम। अस्सलाम वालेकुम मलिक साहब। शाह साहब की हाल ने? शुक्र अल्हम्दुलिल्लाह। यकीन मनसो पहले तो जो 2000 के अशरे G8 च मुस्तफा टावर के उत्ते इफ्तिखार शहजादे दिया बेटी दी सालगिरह के उत्ते मैं गा रहा सा, तुसी बड़ा परफॉर्म कर रहे सो। क्या बात है, वो गुजरा है। लेकिन जब मैं ये देखता हूँ तो फिर, लेकिन छोड़िए इस पे, अब आते हैं सियासत पे। जनाब पैदा कहाँ हुए? सोगी साहब मैं पैदाइशी तौर दे लाहौरियाँ, लाहौर दे हो? किला लक्ष्मण सिंह रावी रोड लाहौर। अच्छा। और वो संगम में दरियाए रावी, हाँ हाँ, एक पासे बादशाही मस्जिद ते किला, आहा, दूजे पासे कोने दे बाबा छतरी आला, वाह वाह वाह, मीनारे पाकिस्तान के दरमियान एक आबादी है जिसका नाम है किला लक्ष्मण सिंह। किला लक्ष्मण सिंह, किला लक्ष्मण सिंह ठीक है। वो किला लक्ष्मण सिंह दियां गलियां च मैं गिदड़ भी तक्के ने, आहा, अगे पैलियां भी तक्कियां ने, तरां भी तक्कियां, खीरे भी खीरे भी ने। तक्के, आलू गाजर। अगे 1.5 किलोमीटर के उत्ते नहर भी वगदी तक्की, दरिया रावी वगदा तक्के। अच्छा, ये सारा नैचुरल सीन, सारा कुदरती हुसन लाहौर दा मेरी अखां दे सामने गुजरी। वाह, क्या कहना, क्या कहना। मैं उत्थे बंबियां ते भी नहाया। अच्छा, हाँ, जरा अपना नेचर, जेड़ा नेचर है, कौडी भी खेडी, हाँ गुल्ली डंडा भी खेलिया, हाँ, बंटे भी बैंच खेड़े, अखरोट। ते नाल ही एक मशहूर पार्क सी जिसका नाम सी मिंटो पार्क। मिंटो पार्क। तो साडे मुल्क की तरक्की का राज तो यही है ना हाँ हाँ, कि मिंटो पार्क नूं बदल के इकबाल पार्क कर दिओ। क्या ये समझते ने तरक्की हो गई। ये तरक्की होगी, सही गल है। हाँ, यानी उस डीसी का ਜਿਹੜਾ ਮਿੰਟੋ ਸੀ ਜਿੰਨੇ ਉਹ ਪਾਰਕ ਬਣਾਇਆ ਉਹਦਾ ਨਾਂ ਗਾਇਬ ਕਰ ਦਿਓ, ਆਪਣਾ ਨਾਂ ਲਿਖ ਦਿਓ ਤੇ ਕਹਿ ਦਿਓ ਪਾਕਿਸਤਾਨ ਤਰੱਕੀ ਕਰ ਗਿਆ। ਉਹ ਇਸ ਤਰ੍ਹਾਂ ਹੀ ਤਰੱਕੀ ਕੀਤਾ ਹੈ ਨਾ, ਜਿਵੇਂ ਜਿਸ ਤਰ੍ਹਾਂ ਮਾਲ ਰੋਡ ਸੀ, ਉਹਦਾ ਨਾਂ ਬਦਲ ਕੇ ਕੋਸ਼ਾਰਾ ਕਾਇਦੇ ਆਜ਼ਮ। ਮਤਲਬ ਇੱਥੇ ਵੀ ਕਈ ਨਾਂ ਚੇਂਜ। ਅੱਛਾ, ਨਾਵਾਂ ਨਾਲ ਗੱਲਾਂ ਨਹੀਂ ਬਣਦੀਆਂ, ਨਾਵਾਂ ਨਾਲ ਗੱਲਾਂ, ਨਾਂ ਕਾਇਮ ਰਹਿਣੇ ਕੰਮਾਂ ਨਾਲ। ਸਿਆਸਤ ਦੇ ਵਿੱਚ ਕਿਸ ਤਰ੍ਹਾਂ ਆਏ ਹੋ? ਅਸਲ ਵਿੱਚ ਅਸੀਂ ਪੈਦਾਇਸ਼ੀ ਤੌਰ 'ਤੇ, ਅੱਛਾ, ਉਹ ਜਿਤਨੀ ਆਬਾਦੀ ਹੈ ਜਾਂ ਛੋਟੇ ਮੁਲਾਜ਼ਮਾਨ ਸੀ ਜਾਂ ਵਰਕਿੰਗ ਕਲਾਸ ਸੀ। ਠੀਕ ਹੈ। ਜਿਸ ਤਰ੍ਹਾਂ ਉਹ ਫਸਲਾਂ ਉਗ ਰਹੀਆਂ ਸਨ ਨਾ, ਆਹਾ, ਮੈਂ ਉੱਥੇ ਬਚਪਨ ਦੇ ਅੰਦਰ ਜ਼ੁਲਫਕਾਰ ਅਲੀ ਭੁੱਟੋ ਉਗਦੇ ਤੱਕਿਆ। ਆਹਾ ਹਾ ਹਾ ਹਾ, ਕੀ ਕਹਿਣਾ। ਗਰੀਬਾਂ ਦੀ ਬਸਤੀਆਂ 'ਚ ਝੰਡੇ ਲੱਗਦੇ ਤੱਕੇ ਨੇ। ਠੀਕ ਹੈ। ਉਹਨਾਂ ਝੰਡਿਆਂ ਦਾ ਮੁਕਾਬਲਾ ਹੁੰਦਾ ਸੀ। ਠੀਕ ਹੈ। ਝੰਡਿਆਂ ਦਾ ਮੁਕਾਬਲਾ ਹੁੰਦਾ ਸੀ ਕਿ ਕਿਹੜਾ ਲੰਬਾ ਝੰਡਾ ਹੈ। ਠੀਕ ਹੈ। ਉਹ ਸਾਡਾ ਬਚਪਨ ਸੀ, ਸਾਡਾ ਰੋਮਾਂਸ ਸੀ, ਇੱਕ ਇਸ਼ਕ ਸੀ। ਇੱਕ ਇਸ਼ਕ ਸੀ। ਹੁਣ ਜਿਹੜੀ ਕਲਾਸ ਜ਼ੁਲਫਕਾਰ ਅਲੀ ਭੁੱਟੋ ਨੂੰ ਸਪੋਰਟ ਕਰਦੀ ਸੀ, ਉਹ ਕਿਰਾਏ ਤੇ ਉੱਤੇ ਨਹੀਂ ਲੈ ਸਕਦੇ ਸਨ ਘਰ। ਠੀਕ। ਉਹਨਾਂ ਲੋਕਾਂ ਨੇ ਆਪਣੀਆਂ ਬੈਠਕਾਂ ਨੂੰ ਦਫ਼ਤਰ ਬਣਾ ਦਿੱਤਾ। ਤੇ ਉਸ ਆਬਾਦੀ ਦੇ ਅੰਦਰ ਪਾਕਿਸਤਾਨ ਪੀਪਲਸ ਪਾਰਟੀ ਦਾ ਪਹਿਲਾ ਦਫ਼ਤਰ ਮੇਰੇ ਘਰ ਦੀ ਬੈਠਕ ਹੈ। ਵਾਹ ਵਾਹ ਵਾਹ, ਕੀ ਕਹਿਣਾ। ਤੇ ਉਹ ਉਸ ਵੇਲੇ 4 ਆਨੇ ਪਰਚੀ ਦੀ ਮੈਂਬਰਸ਼ਿਪ ਹੁੰਦੀ ਸੀ। ਅੱਛਾ, ਮੈਂਬਰਸ਼ਿਪ ਲਈ ਮੈਂਬਰਸ਼ਿਪ ਬਚਪਨਾ ਸੀ। ਸਾਡੇ 70 ਦੇ ਅੰਦਰ ਇਲੈਕਸ਼ਨ ਲੜ ਰਿਹਾ ਸੀ ਸਾਡੇ ਹਲਕੇ ਚੋਂ। MP ਦਾ ਇਲੈਕਸ਼ਨ ਸੀ ਹਨੀਫ ਰਾਮੇ। ਹਨੀਫ ਰਾਮੇ, ਠੀਕ ਹੈ, ਜਿਹੜਾ ਬਾਅਦ ਚ ਚੀਫ ਮਿਨਿਸਟਰ ਬਣਿਆ। ਤੇ ਦੂਸਰਾ MN ਦਾ ਇਲੈਕਸ਼ਨ ਸੀ ਡਾਕਟਰ ਮੁਬਸ਼ਰ ਹਸਨ। ਅੱਛਾ,
ਠੀਕ ਹੈ ਤੇ ਡਾਕਟਰ ਸਾਹਿਬ ਨੇ ਸਾਡੀਆਂ ਮੈਂਬਰ ਦੀਆਂ ਪਰਚੀਆਂ ਭਰੀਆਂ। ਠੀਕ ਹੈ ਉਹ ਪਾਰਟੀ ਰਾਮੇ ਦਾ ਸਾਹਿਬ ਨੇ। ਜਿਸ ਦੇ ਘਰ ਦੇ ਅੰਦਰ ਪਾਰਟੀ ਪੈਦਾ ਹੋਈ। ਠੀਕ ਹੈ ਅਸੀਂ ਉਹ ਬਚਪਨ ਲੈ ਕੇ, ਉਹ ਲੜਕਪਨ ਲੈ ਕੇ, ਉਹ ख्वाब ਲੈ ਕੇ ਹਜੇ ਤੱਕ ਕਾਇਮ ਹੀ ਜਿਵੇਂ ਉਹ ਯੈਸ ਯਾਨੀ ਇੱਕ ਮਾਇਆ ਯਾਦ ਆ ਗਿਆ ਬਣਿਆ ਤੇ ਲਾਈ ਗੋ ਵੀ ਨਿੱਕੀ ਜੀ ਗਲਤੀ ਦੀ ਸਾਰੀ ਉਮਰ ਸਜ਼ਾਬ ਹੋ ਗਈ। ਬਲਕਿ ਮੈਂ ਇਹਨੂੰ ਇਵੇਂ ਕਹਾਂਗਾ, ਇਸ਼ਕ ਦੀ ਰੀਤ ਸਾਰੇ ਜਹਾਂ ਤੋਂ ਜੁਦਾ। ਹਾਂ ਇਸ਼ਕ ਦੀ ਰੀਤ ਸਾਰੇ ਜਹਾਂ ਤੋਂ ਜੁਦਾ, ਨਾ ਇਹ ਕਾਬਾ ਤੇ ਨਾ ਇਹ ਕਰਾ ਵੇਖਦਾ, ਜਿੱਥੇ ਚਾਹ ਦਿੰਦਾ, ਜਿੱਥੇ ਕਟਾ ਦਿੰਦਾ ਆਸ਼ਿਕ ਦਾ ਸਰ, ਜਿੱਥੇ ਝੁਕਾ ਦਿੰਦਾ ਆਸ਼ਿਕ ਦਾ ਸਰ। ਪ੍ਰੋਬਲਮ ਹੈ ਕਿ ਜ਼ੁਲਫਕਾਰ ਅਲੀ ਭੁੱਟੋ ਨੇ ਉਸ ਨੌਜਵਾਨ ਨਸਲ ਵਿੱਚ ਆਪਣਾ ਇਸ਼ਕ ਪਾਤਾ, ਆਪਣਾ ਪਿਆਰ ਪਾਤਾ, ਆਪਣੀ ਲਹਿਰ ਪਾ ਦਿੱਤੀ ਜਿਹੜੀ ਅੱਜ ਤੱਕ ਨਹੀਂ ਨਿਕਲੀ। ਲੱਭਨੇ ਆ ਕੋਈ ਲੀਡਰਸ਼ਿਪ ਇਹੋ ਜਿਹੀ ਆਵੇ ਜਿਹਦੇ 'ਚ ਉਹਦੀ ਕੋਈ ਝਲਕ ਨਜ਼ਰ ਆਵੇ, ਪਰ ਨਹੀਂ, ख्वाब ਹੀ ਟੁੱਟਦੇ ਨੇ ਹਰ ਥਾਂ ਤੇ, ख्वाब ਹੀ ਟੁੱਟੇ ਨੇ। ਓਏ ਹੋਏ ਹੋਏ। ਅੱਛਾ ਭੁੱਟੋ ਸਾਹਿਬ ਜਿਸ ਵੇਲੇ ਫਿਰ ਉਹਨਾਂ ਨੂੰ ਦੁਨੀਆ ਤੋਂ ਹਟਾਇਆ ਗਿਆ, ਸ਼ਹੀਦ ਕੀਤਾ ਗਿਆ, ਫਿਰ ਤੁਸੀਂ ਪੀਪਲ ਪਾਰਟੀ ਦੇ ਬੜੇ ਕ੍ਰਾਈਸਿਸ ਆਏ। ਦੇਖੋ ਜੀ, ਅਸਲ ਇਮਤਿਹਾਨ ਹੀ ਉਹ ਸੀ। ਇੱਕ ਪੀਪਲਸ ਪਾਰਟੀ ਹੈ ਇਕਤਦਾਰ ਦੀ। ਠੀਕ ਹੈ ਇਕਤਦਾਰ ਵਿੱਚ ਮੈਂ ਟੀਨਏਜ ਸਾਂ। ਮੈਂ ਆਪਣੀ ਕਾਲਜ ਦੀ ਯੂਨੀਅਨ ਦਾ, ਇੰਟਰ ਕਾਲਜ ਦਾ ਪ੍ਰੈਜ਼ੀਡੈਂਟ ਸਾਂ। ਠੀਕ ਹੈ ਮੈਂ ਉੱਥੇ PSF ਦੀ ਨੁਮਾਇੰਦਗੀ ਕਰ ਰਿਹਾ ਸਾਂ। ਠੀਕ ਹੈ ਠੀਕ ਹੈ ਠੀਕ ਹੈ ਜਿਹਦੇ 'ਚ ਜ਼ੁਲਫਕਾਰ ਅਲੀ ਭੁੱਟੋ ਸਾਹਿਬ ਮੁਲਕ ਦੇ ਪ੍ਰਾਈਮ ਮਿਨਿਸਟਰ ਸਨ। ਠੀਕ ਹੈ ਇੱਕ ਭੁੱਟੋ ਸਾਹਿਬ ਨੇ PSF ਦਾ ਕਨਵੈਨਸ਼ਨ ਕੀਤਾ ਕਰਾਚੀ ਦੇ ਅੰਦਰ। ਪਾਕਿਸਤਾਨ ਦੇ तमाम ਸਟੂਡੈਂਟਸ ਜਿਹੜੇ ਨੇ ਉਹ ਬੁਲਾਏ, ਜਿਹੜੇ PSF ਨਾਲ ਤਾਲੁਕ ਰੱਖਦੇ। ਠੀਕ ਹੈ ਤੋ ਇੱਕ ਵਾਈਬ ਸਾਡੇ ਅੰਦਰ ਮੌਜੂਦ ਸੀ। ਉਹ ਤੱਕਿਆ ਜ਼ੁਲਫਕਾਰ ਅਲੀ ਭੁੱਟੋ ਸਾਹਿਬ ਨੂੰ ਨੇੜਿਓਂ, ਸਟੇਜ ਤੋਂ ਹੱਥ ਮਿਲਾ ਕੇ। ਉਦੋਂ ਤੱਕ ਤੇ ਉਹੀ ਰੋਮਾਂਸ ਸੀ। ਠੀਕ ਹੈ ਮੈਨੂੰ ਜ਼ੁਲਫਕਾਰ ਅਲੀ ਭੁੱਟੋ ਪੂਰੀ ਦੁਨੀਆ ਦੇ ਪੋਲੀਟੀਸ਼ਨ 'ਚ ਉਸ ਵੇਲੇ ਮੁਨਫਰਿਦ ਲੱਗਿਆ ਜਿਸ ਵੇਲੇ ਜ਼ੁਲਫਕਾਰ ਅਲੀ ਭੁੱਟੋ ਦੇ ਇਮਤਿਹਾਨ ਪਿਆ ਤੇ ਉਹਨੇ ਫਾਂਸੀ ਦਾ ਫੰਦਾ ਜਿਹੜਾ ਚੁੰਮਿਆ, ਉਹ ਜ਼ੁਲਫਕਾਰ ਅਲੀ ਭੁੱਟੋ ਨੂੰ ਤਾਰੀਖ ਬਣਾ ਗਿਆ। ਉਸ ਵੇਲੇ ਬੀਇੰਗ ਏ ਗੈਰਤਮੰਦ ਨੌਜਵਾਨ, ਸਾਡਾ ਫਰਜ਼ ਸੀ ਜਾਂ ਉਹਦੀ ਜ਼ਿੰਦਗੀ ਵਾਸਤੇ ਕੰਮ ਕਰਦੇ ਜਾਂ ਉਹਦੇ ਇੰਤਕਾਮ ਵਾਸਤੇ ਕੰਮ ਕੀਤੇ। ਅਸੀਂ ਉਹਦੀ ਜ਼ਿੰਦਗੀ ਦੀ ਲੜਾਈ ਵੀ ਲੜੀਏ, ਉਹਦੇ ਨਾਲ ਇੰਤਕਾਮ ਵਾਸਤੇ ਵੀ ਨਾਲ ਖਲੋਤੇ ਰਹੇ। ਬਹੁਤ ਖੂਬ। ਭੁੱਟੋ ਮੈਂ ਆਪ ਜਦੋਂ ਜੇਲ੍ਹ 'ਚ ਹੈ ਪਿੰਡੀ, ਉਸ ਵੇਲੇ ਮੈਂ ਦੇਖਿਆ। ਫਿਰ ਬੀਬੀ ਬੇਨਜ਼ੀਰ ਸ਼ਹੀਦ ਆ ਗਈ, ਕ੍ਰਾਈਸਿਸ ਗੁਜ਼ਰੇ ਜੋ ਵੀ ਜਿਸ ਵੇਲੇ ਆਈ। ਫਿਰ ਤੁਸੀਂ ਉਹਨਾਂ ਨੇ ਖਸੂਸੀ ਐਡਵਾਈਜ਼ਰ ਵੀ ਰਹੇ ਹੋ। ਕੀ ਖੋਇਆ ਕੀ ਪਾਇਆ? ਕਿਉਂਕਿ ਸਾਡੇ ਨਾਜ਼ਰੀਨ ਨੂੰ ਕੋਈ ਲੋਕ, ਅਸੀਂ ਲੋਕ ਐਵੇਂ ਇੱਕ ਭੇਡ ਚਾਲ ਵੀ ਹੁੰਦੀ, ਉਹ ਇੰਜ ਕਰ ਗਿਆ, ਉਹ ਇੰਜ ਕਰ ਗਿਆ। ਲੇਕਿਨ ਤੁਸੀਂ ਬੀਬੀ ਸਾਹਿਬਾ ਦੇ ਬੜੇ ਕਰੀਬ ਰਹੇ ਹੋ, ਉਹਦੇ ਬਾਰੇ ਕੋਈ ਥੋੜ੍ਹਾ ਜਿਹਾ ਦੱਸੋ। ਦੇਖੋ ਜੀ, ਬੀਬੀ ਆਈਆਂ ਨੇ 10 ਅਪ੍ਰੈਲ 1986 ਨੂੰ। ਠੀਕ ਹੈ ਬਿਲਕੁਲ। ਪੀੜਾਂ, ਜੇਲਾਂ, ਮੁਸੀਬਤਾਂ ਕੱਟਦੇ। ਠੀਕ ਹੈ। ਅੱਛਾ, ਜਦੋਂ ਸੌਰੀ ਭੁੱਟੋ ਸਾਹਿਬ ਜੇਲ੍ਹ 'ਚ ਸਨ, ਫਿਰ ਬੀਬੀ ਤਾਰੀਖ ਚਲਾ ਰਹੀ ਸੀ, ਉਹਨਾਂ ਦਿਨਾਂ 'ਚ ਵੀ ਤੁਸੀਂ ਨਾਲ ਰਾਬਤੇ 'ਚ ਰਹੇ ਹੋ ਬੀਬੀ ਦੇ ਤਾਰੀਖ ਦੇ ਵਿੱਚ ਨਾਲ? ਮੈਂ ਕਹਿੰਦਾ ਜੀ, ਉਸ ਵੇਲੇ 1981 ਮੈਂ ਜੇਲ੍ਹ 'ਚ। ਠੀਕ ਹੈ। ਫਿਰ 82 ਜੇਲ੍ਹ 'ਚ। ਠੀਕ ਹੈ। ਫਿਰ 83 ਜੇਲ੍ਹ 'ਚ। ਠੀਕ ਹੈ। 83 ਦੇ ਅੰਦਰ ਮੀਨਾਰੇ ਪਾਕਿਸਤਾਨ ਤੇ ਜਿਸ ਵੇਲੇ 1 ਸਾਲ 10 ਕਰੋੜ ਨਕਦ ਇਨਾਮ ਮਿਲਦੇ ਸਨ ਜੀ, ਜ਼ਿਆਉਲ ਹਕ ਦਾ ਦੌਰ ਸੀ। ਹਾਂ ਬਿਲਕੁਲ। ਮੈਂ ਪੂਰੇ ਪਾਕਿਸਤਾਨ 'ਚ ਸਭ ਤੋਂ ਪਹਿਲੀ ਗ੍ਰਿਫਤਾਰੀ ਮੈਂ ਅਨਾਉਂਸ ਕੀਤੀ ਸੀ। ਬਹੁਤ ਚੌਂਕ 'ਚ ਆ ਕੇ ਮੈਂ ਗ੍ਰਿਫਤਾਰੀ ਦਿੱਤੀ ਸੀ ਉਸ ਵੇਲੇ, ਜਿਸ ਵੇਲੇ ਗ੍ਰਿਫਤਾਰੀ ਦਾ ਕੋਈ ਤਸੱਵੁਰ ਨਹੀਂ ਕਰ ਸਕਦਾ ਸੀ। ਦੁੱਖ ਹੈ ਸੋਗੀ ਸਾਹਿਬ, ਮੈਂ ਦਰਿਆਵਾਂ ਦਾ ਹਾਣੀ ਸਾਂ, ਤਰਨੇ ਪੈ ਗਏ ਖਾਲ ਨਹੀਂ ਮਾਏ। ਆਏ ਸਾਡੇ ਨਾਲ ਇਹ ਹੋਇਆ। ਜਿਸ ਵੇਲੇ ਬੀਬੀ ਬੇਨਜ਼ੀਰ ਸ਼ਹੀਦ ਆਈ, ਉਸ ਵੇਲੇ ਤੁਸੀਂ ਹੁਣ ਉਸ ਵੇਲੇ ਤੁਸੀਂ ਬੀਬੀ ਬੇਨਜ਼ੀਰ ਸਾਹਿਬਾ ਉਧਰ ਜੇਲਾਂ ਕੱਟ ਰਹੀ ਸੀ। ਠੀਕ ਹੈ। ਅਸੀਂ ਇੱਧਰ ਲੜ ਰਹੇ ਸਾਂ। ਠੀਕ ਹੈ। ਬੀਬੀ ਨੂੰ ਮੇਰੇ ਨਾਂ ਤਾਂ ਪਤਾ ਸੀ ਕਿ ਇਸਰਾਰ ਸ਼ਾਹ ਨਾਮੀ ਕੋਈ ਬੰਦਾ ਹੈ, ਕੋਈ ਨੌਜਵਾਨ ਹੈ। ਅੱਛਾ, ਪਹਿਲੇ ਮੁਲਾਕਾਤ ਨਹੀਂ? ਮੁਲਾਕਾਤ ਨਹੀਂ ਸੀ। ਗੈਬਾਨਾ ਨਾਂ ਦਾ ਪਤਾ? ਨਾਂ ਦਾ ਪਤਾ ਹੈ। ਕੋਈ ਸਾਡਾ ਉੱਥੇ ਜਾਲਾ ਹੈ, ਮਸਲਾ ਹੈਗਾ ਸਾਡੇ ਕਬੀਲੇ ਦਾ ਇੱਕ ਫਰਦ ਹੈ।
क्या बात है। ਪੀਪਲਸ ਪਾਰਟੀ ਦਾ ਵਰਕਰ ਉਵੇਂ ਲੜਿਆ ਜਿਵੇਂ ਕਬੀਲੇ ਲੜਾਈ ਲੜਦੇ ਨੇ ठीक ਕਿ ਸਾਡੇ ਇੱਕ ਕਬੀਲੇ ਦਾ ਫਰਦ ਉੱਥੇ ਹੈ। है। ਬੀਬੀ ਮੇਰੇ ਸ਼ਕਲ ਤੋਂ ਵਾਕਿਫ ਨਹੀਂ ਸੀ। ठीक है। ਬੀਬੀ ਦੀ ਜਿਹੜੀ ਰਿਸੈਪਸ਼ਨ ਕਮੇਟੀ ਸੀ 에ਅਰਪੋਰਟ ਤੇ ਰਿਸੀਵ ਕੀਤਾ, ठीक है। ਬੀਬੀ ਨੇ ਅਗਲੇ ਦਿਨ ਗੁਜਰਾਲੇ ਜਾਣਾ ਸੀ। ठीक है। ਮੇਰੇ ਇੱਕ ਦੋਸਤ ਦੀ ਗੱਡੀ ਦੀ ਮਲਕ ਵਕਾਸ ਸੀ, ਹਾਂ। ਉਹਦੀ ਛੱਤ ਖੁੱਲਦੀ ਸੀ, सनरूफ। ਸਨਰੂਫ। ਮੈਂ ਉਹਨੂੰ ਕਿਹਾ ਯਾਰ ਇਹ ਗੱਡੀ ਬੀਬੀ ਦੇ ਟਰੱਕ ਅੱਗੇ ਖੜੀ ਕਰ ਦੇ। ਮੈਂ ਨਿਕਲ ਕੇ ਮੈਂ ਬਦਰ ਨੂੰ ਕਿਹਾ, जंगीर। ਬੀਬੀ ਨੇ ਸਲਾਮ ਕਰਤਾ। ਹੁਣ ਰੂਟੀਨ 'ਚ ਸਭ ਨੂੰ ਸਲਾਮ ਕਰਨੀ ਸੀ। जंगीर बदर ने। ਹਾਂ, ਮੈਂ ਕਿਹਾ ਬਦਰ ਮੈਂ ਦੱਸੋ ਮੈਂ ਕੌਣ ਆ। ਬਦਰ ਨੇ ਬੀਬੀ ਦੇ ਕੰਨ 'ਚ ਕੁਝ ਕਿਹਾ। अच्छा। ਬੀਬੀ ਫਿਰ ਦੂਸਰੀ ਮਰਤਬਾ ਅਟੈਂਟਿਵ ਹੋਈ, हाँ, ਮੇਰਾ ਹਾਲ ਚਾਲ ਟਰੱਕ ਤੋਂ ਹੀ ਪੁੱਛਿਆ। यानी जिस तरह है ਜਿਸ ਤਰ੍ਹਾਂ तवानाई मिल गई। ਹਾਂ, ਜਿਸ ਤਰ੍ਹਾਂ ਇੱਕ ਪਤਾ ਲੱਗ ਗਿਆ ਕਿ ਇਹ ਇਸਰਾਰ ਹੈ। ठीक है। ਠੀਕ ਹੈ। ਹੁਣ ਅਸੀਂ ਬੀਬੀ ਦੇ ਕਾਫਲੇ ਦੇ ਨਾਲ ਪੂਰੇ ਪੰਜਾਬ ਵਿੱਚ ਟੁਰ ਰਹੇ ਹਾਂ। ठीक है। ਜਿਸਲੇ ਅਸੀਂ ਫੈਸਲਾਬਾਦ ਗਏ ਹਾਂ, ਬੀਬੀ ਇੱਕ ਰੈਸਟ ਹਾਊਸ ਤੋਂ ਬਾਹਰ ਨਿਕਲਦੀ। ठीक है। ਅਸੀਂ ਇੱਕ ਫੁੱਟਪਾਥ ਤੇ ਖਲੋਤੇ ਸਾਂ ਤਾਂ ਕਿ ਬੀਬੀ ਨੂੰ ਪਤਾ ਲੱਗ ਜਾਏ ਕਿ ਉਹਦੀ ਕਾਫਲੇ ਦੇ ਨਾਲ ਆ। हाँ हाँ। ਤੇ ਬੀਬੀ ਨੇ ਟਰੱਕ ਤੋਂ ਮੇਰੀ ਸ਼ਕਲ ਵੇਖ ਕੇ ਕਹਿਣ ਲੱਗੀ ਉੱਪਰ ਆਓ। ਐਂ ਕਰਕੇ ਬੁਲਾਇਆ। ਬੀਬੀ ਨੇ ਆਪਣੇ ਨਾਲ ਬਾ ਲਿਆ, क्या बात। ਆਪਣੇ ਨਾਲ ਬੁਲਾ कदरदान होंगे ने। ਬੁਲਾ ਕੇ ਮੇਰੀ ਬੀਬੀ ਦੀ ਜ਼ਿੰਦਗੀ ਦੀ ਪਹਿਲੀ ਮੁਲਾਕਾਤ उत्थे फैसलाबाद। ਉੱਥੇ ਹੋਈ ਟਰੱਕ ਦੇ ਉੱਤੇ। ठीक है। ਬੀਬੀ ਨੇ ਅੱਲਾ ਖੁਸ਼ ਰੱਖੇ ਜਹਾਂਗੀਰ ਬਦਰ ਨੂੰ, ਸਾਡੀ ਜਹਾਂਗੀਰ ਬਦਰ ਨਾਲ ਲੱਗਦੀ ਸੀ। अच्छा। आ ਹੁੰਦਾ ਹੈ ਗਾਰ ਦੇ ਵਿੱਚ ਬਾਣਾ ਭਾਈਆਂ ਦਾ ਵੀ ਹੁੰਦਾ ਹੈ। ਜਹਾਂਗੀਰ ਬਦਰ ਨੇ ਕੰਨ 'ਚ ਬੀਬੀ ਦੇ ਕੋਈ ਮੁਖਾਲਫਤ ਕੀਤੀ ਮੇਰੀ। अच्छा। कि है कि बहुत ही ज्यादा चुप ਤੇ है जी। ਬੀਬੀ ਜਿਹੜੀ ਹੈ ਨਾ, ਬੀਬੀ ਅਗਰ ਉਹ ਮੁਖਾਲਫਤ ਨਾ ਕਰਦਾ ਤੇ ਹੋ ਸਕਦਾ ਮੇਰਾ ਚਿਹਰਾ ਯਾਦ ਨਾ ਰਹਿੰਦਾ। ਉਹ ਇਤਨਾ ਗੱਲ ਨਾ ਬਣਦੀ। ਇਹ ਦੇਖੋ ਨਾ ਅੱਲਾ ਦੀ ਜ਼ਾਤ ਹੁੰਦੀ ਨੇ ਸ਼ਜੀ। ਉਹਨੇ ਮੁਖਾਲਫਤ ਕੀਤੀ। ਹਾਂ। ਤੇ ਬੀਬੀ ਨੂੰ ਨਾਖੁਸ਼ਗਵਾਰ ਹੀ ਬੀਬੀ ਨੇ ਆ ਲੱਗੀ। ਕੇ ਨਸ਼ਵਾਰ ਗਲੀ ਬੀਬੀ ਨੇ ਬੁਲਾ ਲਿਆ। मैं समझ रहा था बीबी मैं सारी लड़ाई लड़ी है, बीबी को मेरी तारीफ करेगी, मेरी बीबी नाल पहली मुलाकात ਤੇ ਇਵੇਂ ਹੋਇਆ ਜਿਵੇਂ ਬੀਬੀ ਤੇ ਵੀ ਅੰਗਰੇਜ਼ੀ ਵਾਰਦ ਹੋਈ ਤੇ ਮੇਰੇ ਤੇ ਵੀ ਅੰਗਰੇਜ਼ੀ ਵਾਰਦ ਹੋਈ। ਅੱਛਾ। ਠੀਕ ਹੈ। ਠੀਕ ਹੈ। ਉਹ ਬੀਬੀ ਨੇ ਕਿਹਾ ਡਾਕਟਰ ਸ਼ਾਹ I call you on the truck. I know that you are dedicated, educated and brave. ਜ਼ਰਾ ਸਾਡੇ ਨਾਜ਼ਰੀਨ ਨੂੰ ਉਰਦੂ ਚ ਵੀ ਸਮਝਾ ਦਿਓ ਤਾਂ ਕਿ ਸਾਡੇ ਉਹਨੇ ਕਿਹਾ ਮੈਂ ਤੈਨੂੰ ਇਸ ਕਰਕੇ ਟਰੱਕ ਤੇ ਬੁਲਾਇਆ, ਮੈਂ ਤੈਨੂੰ ਜਾਣਨੀ ਆ ਹਾਂ ਹਾਂ ਕਿ ਤੂੰ ਬਹਾਦਰ ਵੀ ਹੈ, ਹਾਂ ਪੀਪਲਸ ਪਾਰਟੀ ਦਾ ਲਾਇਲ ਵਰਕਰ ਵੀ ਹੈ ਤੇ ਸਾਰੀ ਤੇਰੇ ਚ ਕੁਆਲਿਟੀਆਂ ਨੇ, ਠੀਕ ਹੈ ਪਰ ਕੁਝ ਮਾਜ਼ੀ ਦੇ ਉੱਤੇ ਕੋਈ ਤੇਰੇ ਤੇ ਇਖਤਲਾਫ ਨੇ। ਅੱਛਾ। ਮੈਂ ਕਿਹਾ ਬੀਬੀ ਕਿਹਨੇ ਕਿਹਾ? ਕਹਿਣ ਲੱਗੀ ਬਦਰ ਨੇ ਕਿਹਾ। ਮੈਂ ਕਿਹਾ ਬਦਰ ਤੇ ਮੇਰੀ ਲੱਗਦੀ ਹੈ, ਅੱਛਾ ਕਿਸੇ ਹੋਰ ਕੋਲੋਂ ਪੁੱਛੋ। ਇਹ ਰਾਓ ਰਸ਼ੀਦ ਟਰੱਕ ਤੇ ਖਲੋਤਾ ਹੈ, ਇਹਦੇ ਕੋਲ ਪੁੱਛ ਲਓ। ਹਾਂ ਇਹਦੀ ਮੇਰੀ ਇਹ ਜ਼ਾਤ ਮੇਰੇ ਨਾਲ ਜੇਲ੍ਹ ਸੀ, ਇਹ ਮੇਰੀ ਜ਼ਾਤੀ है। नहीं नहीं मैंने कहा फिर ये कैसे हल होगा? मैंने कहा हम बैठ जाएंगे तो ये मसला हल हो जाएगा। आई एम नॉट ए जज, आई एम नॉट ए काजी, आई एम चेयरपर्सन ऑफ द पार्टी। मैं कहा बीबी आई नो you are not a judge, you are not a qazi, but problem is problem, and we'll sit together, the problem will be solved. ਹਾਂ लो जी एक हार्श जुमले बीबी दे नाल एक्सचेंज हो गए। ਠੀਕ ਹੈ ठीक है। ਹੁਣ ਮੈਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਯਾਰ ਮੇਰੇ ਪਾਸ ਦੇ ਬਾਰੇ ਚ ਨੇ ਕੀ ਕੀਤਾ ਹੋਣਾ। ਠੀਕ ਹੈ ਉਸਨੇ ਬਦਰ ਨੇ ਇੱਕੋ ਫਾਰਮੂਲਾ ਫੜਿਆ ਸੀ, ਜਿਹੜਾ ਬਦਰ ਦਾ ਮੁਖਾਲਫ ਹੁੰਦਾ ਸੀ ਬੀਬੀ ਦੇ ਕੰਨ 'ਚ ਪਾ ਦਿੰਦਾ ਸੀ ਇਹ ਮੁਸਤਫਾ ਖਰ ਦਾ ਬੰਦਾ।
हाँ मतलब है बस ਲੋਕਲ हाँ, ਲੜਾਈ ਉਹ ਮੁਸਤਫਾ ਕਰ ਨੂੰ ਜ਼ਰਾ ਬੀਬੀ ਜ਼ਰਾ ਅੱਛਾ ਨਹੀਂ ਸਮਝਦੀ नहीं समझी सी बिल्कुल बिल्कुल ਠੀਕ ਹੈ ਉਹਨਾਂ ਨੇ ਮੇਰੇ ਤੇ ਮੁੱਦਾ ਪਾਤਾ ਜੀ ਮੁਸਤਫਾ ਖਰ ਦਾ ਬੰਦਾ ठीक है ਲੋ ਜਨਾਬ ਮੇਰੀ ਕੋਸ਼ਿਸ਼ ਸੀ ਕਿ ਯਾਰ ਇਹ ਮੇਰੇ ਤੇ ਇੰਪ੍ਰੈਸ਼ਨ ਕੀ ਮੈਂ ਆਪ ਹੰਚ ਕਰ ਰਿਹਾ ਸਾਂ हाँ अभी यार ਕਿ है ਇਸ ਤੋਂ ਇਲਾਵਾ ਹੋਰ हाँ हाँ ਹੋਰ ਕੁਝ ਨਹੀਂ ਹੋ ਸਕਦਾ ठीक है ਲੋ ਜੀ ਅਸੀਂ ਬੀਬੀ ਦੇ ਕਾਫਲੇ ਦੇ ਨਾਲ ਨਾਲ ਸਾਂ ਇੱਕ ਵਕਤ ਐਸਾ ਆਇਆ ਮੈਨੂੰ ਬੀਬੀ ਦੀ ਤਕਰੀਰਾਂ ਦਾ ਮਜ਼ਾ ਨਹੀਂ ਆ ਰਿਹਾ ਸੀ अच्छा यानी कि ਜਿਹੜੀ ਅੰਦਰ ਦੀ ਗਰਜ ਜਿਹੜੀ ਅੰਦਰ ਦੀ ਗਰਜ ਬੀਬੀ ਨੂੰ ਬੋਲਣੀ ਚਾਹੀਦੀ ਸੀ ਉਹ ਨਹੀਂ ਸੀ ਮੈਨੂੰ ਸਵਾਦ ਨਹੀਂ ਆ ਰਿਹਾ ਸੀ ਅੱਛਾ ਉਹ ਗਾਣੀ ਦੂਆ ਜਹਾਂਗੀਰ ਬਦਰੌਲਾ ਸਾਹਿਬ ਵਾਲੀ ਉਹ ਅਲਾਦਾ ਹੀ ਠੱਪੀ ਉਹ ਗਈ ਠੱਪੀ ਗਈ ਨਾ ਉਹ ਮਤਲਬ ਹੈ ਉਹਨੇ ਵੀ ਉਹ ਠੀਕ ਠੱਪੀ ਗਈ ਅੱਛਾ ਹੁਣ ਕਿਉਂਕਿ ਅਸੀਂ ਅੰਦਰੋਂ ਦਿਲ ਤੇ ਬੋਝਲ ਸੀ ਹਾਂ ਲੀਡਰ ਤੇ ਉਹ ਸਾਡੀ ਹੈ ਸੀ ਪਰ ਨਾਲ ਟੁਰੀ ਜਾ ਰਹੇ ਸਾਂ ਠੀਕ ਹੈ ਠੀਕ ਹੈ ਸਰਗੁਲ ਤੇ ਜਾ ਕੇ ਵੀ ਮੇਰੇ ਜ਼ਿਹਨ ਚ ਆਇਆ ਮੈਂ ਕੋ ਬੀਬੀ ਵਾਸਤੇ ਤਕਰੀਰ ਲਿਖੀ ਬੀਬੀ ਦੇ ਠੀਕ ਹੈ ਤਕਰੀਰ ਦੇ ਪੁਆਇੰਟ ਲਿਖੇ ਫਿਰ ਮੈਂ ਸੋਚਿਆ ਕਿ ਇਸ ਕਾਫਲੇ 'ਚ ਉਹ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਮੈਂ ਪਰਚੀ ਦੇਵਾਂ ਤੇ ਬੀਬੀ ਤੱਕ ਪਹੁੰਚ ਜਾਏਗੀ ਕੀ ਕਰਨਾ ਕਿਉਂਕਿ ਪੋਲੀਟੀਕਲ ਲੋਕਾਂ 'ਚ ਜੈਲਸੀ ਬਹੁਤ ਹੁੰਦੀ ਹੈ ਬਹੁਤ ਹੁੰਦੀ ਹੈ ਠੀਕ ਹੈ ਠੀਕ ਹੈ ਮੈਂ ਇੱਕ ਬੀਬੀ ਦੀ ਜ਼ਾਤੀ ਸਹੇਲੀ ਲੱਭੀ ਉਹਦਾ ਨਾਂ ਸੀ ਹੁਮਾ ਉਮਾ ਡਾਕਟਰ ਹੁਮਾ ਇੱਕ ਤਾਂ ਨਈਦ ਖਾਨ ਵੀ ਬੜੀ ਕਲੋਜ਼ ਨਾਹਿਦ ਸਨ ਨਾ ਹਾਂ ਹੁਣ ਉਹ ਨਾਹਿਦ ਪੋਲੀਟੀਕਲ ਸੀ ਹਾਂ ਹਾਂ ਉਹ ਉਹਦੀ ਕਲਾਸ ਫੈਲੋ ਸੀ ਅੱਛਾ ਉਮਾ ਡਾਕਟਰ ਹੁਮਾ ਡਾਕਟਰ ਉਮਾ ਹੋਮੋ ਕਹਿੰਦੇ ਸੀ ਅੱਛਾ ਤੁਸੀਂ ਉਹਨੂੰ ਪਕੜਾ ਦਿੱਤੀ ਮੈਂ ਉਹਨਾਂ ਨੂੰ ਕਾਗਜ਼ ਫੜਾ ਦਿੱਤਾ ਕਿ ਇਹ ਦੇ ਜ਼ਰਾ ਅੰਦਰੋਂ ਡਰਨਾ ਸਾਂ ਕਿ ਯਾਰ ਝਿੜਕੀਆਂ ਨਾ ਪੈ ਜਾਣ ਆ ਵੀ ਤੇ ਯਾਰ ਤੂੰ ਮੈਨੂੰ ਕਿਉਂ ਗਾਈਡ ਕਰਨ ਹਾਂ ਲੱਗਾ ਉਹਨੇ ਸਾਰ ਇੱਕਦਮ ਹੀ ਅੱਗੇ ਤੂੰ ਮੈਨੂੰ ਇਹ ਜਿਹੜਾ ਕਰਨ ਲੱਗ ਗਿਆ ਗਾਈਡ हाँ ਤੇ मैं ਫਲਾਣਾ ज्यादा जानती हूँ पढ़ी लिखी भी हूँ ਹੁਣ ਮੈਨੂੰ ਇਹ ਪਤਾ ਸੀ ਕਿ ਬੀਬੀ ਅੰਗਰੇਜ਼ੀ ਦੀ ਬਿਹਤਰੀਨ ਮੁਕਰਰ ਹੈ ਬੀਬੀ ਅੰਗਰੇਜ਼ੀ ਵੀ ਰੋਮਨ ਜਿਹੜੀ ਉਹ ਪੜ੍ਹਦੀ ਹੈ ਜਾਤਾ ਹੈ आहो ਤਾਂ JATA ਜਾਤਾ ਹੈ आहो ਇਸ ਤਰ੍ਹਾਂ आहो ਤੇ ਮੈਂ ਕਿਹਾ ਬੀਬੀ ਨੂੰ ਡਿਫਿਕਲਟੀ ਹੈ ਤੇ ਬੀਬੀ ਤੇ ਜੁਮਲੇ ਸ਼ਾਰਟ ਅੱਛੇ ਔਰ ਤਾਕਤਵਰ ਹੋਣੇ ਚਾਹੀਦੇ ਲਿਹਾਜ਼ਾ मैं अपने पॉलिटिकल विजदान ਨੂੰ ਸਾਹਮਣੇ ਰੱਖਦੇ ਹਾਂ और मोहब्बत दे एक इश्क सी इश्क, पार्टी दा इश्क सी बस सीधी गल है ਮੈਨੂੰ ਕੋਈ ਨਹੀਂ ਪਤਾ ਕਿ ਇਮਤਿਹਾਨ 'ਚ ਬੈਠਾ ਹੈ ਕਿ ਪਹੁੰਚੇ ਨਹੀਂ ਪਹੁੰਚੇ मतलब एक वजह तारी है ਬੀਬੀ ਨੇ ਜੇਲਮ ਦੇ ਜਲਸੇ ਦੀ ਸਟੇਜ ਤੇ ਜਿਸਲੇ ਖਲੋਤੀਆਂ ਸਨ उन्हें वो देती ਤੇ ਮੈਂ ਸਾਫੀਆਂ ਦੇ ਜਿਹੜਾ ਸਟੇਜ ਸੀ ਉੱਥੇ ਖਲੋਤਾ ਹਾਂ ठीक है सॉरी बीबी- नाजरीन डॉक्टर इसरार शाह साहब ਦੀਆਂ ਗੱਲਾਂ ਬੜੀ ਸਟੋਰੀ ਹੈ ਤੇ ਮੇਰਾ ਖਿਆਲ ਹੈ ਇਹ ਅੱਗੇ ਪਾਰਟ 2 ਦੇ ਵਿੱਚ ਚੱਲਦੇ ਹਾਂ